वाहिगुरु जी का खालसा वाहिगुरु जी की फतेह। धरती मेरी माँ है, मिट्टी मेरी पहचान है। मेरे खेत दी मिट्टी खेती साडा धंधा नहीं विरासत है। मेरे ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਿੱਟੀ ਫਾਊਂਡੇਸ਼ਨ ਵੱਲੋਂ ਇੱਥੇ ਜੁੜੇ ਹੋਏ ਹਾਂ ਤੇ ਸਾਡੇ ਨਾਲ ਸਾਡੇ ਪੰਜਾਬ ਦੀਆਂ ਰੂਹਾਂ, ਪੰਜਾਬ ਦੀ ਮਿੱਟੀ ਤੋਂ ਉਪਜੇ ਹੋਏ ਸੋਹਣੇ ਜਿਹੇ ਬੰਦੇ। ਇਹ ਸੋਹਣੇ ਨੇ, ਇਹ ਸਾਡੀ ਵਿਰਾਸਤ ਆ। ਅੱਜ ਅਸੀਂ ਬਾਬਿਆਂ ਨਾਲ ਸੀਰੀਅਸ ਗੱਲਾਂ ਨਹੀਂ ਕਰਾਂਗੇ ਕਿਉਂਕਿ ਸਵਾਦ ਬਹੁਤ ਹੋ ਚੁੱਕਿਆ, ਬਹੁਤ ਸੀਰੀਅਸ ਗੱਲਾਂ ਹੋ ਚੁੱਕੀਆਂ, ਗੋਲੇ ਬਹੁਤ ਵਾਰ ਚੁੱਕੇ ਨੇ। ਸਾਡੇ ਨਾਲ ਬਾਬਾ ਜੀ ਚੜ੍ਹਦੀ ਕਲਾ ਵਾਲੇ ਸਾਰੇ ਬੈਠੇ ਆ। ਅਸੀਂ ਬਾਬਾ ਜੀ ਤੋਂ ਹੁਣ ਬਹੁਤ ਟਾਈਮ ਹੋ ਗਿਆ, ਕਹਿੰਦੇ ਨਾ ਆਪਣੀ ਮਿੱਟੀ ਤੋਂ ਵਿਛੜ ਜਾਂਦਾ ਬੰਦਾ ਤਾਂ ਉਹ ਇੱਕ ਤਰ੍ਹਾਂ ਨਾਲ ਅਧੂਰਾ ਹੋ ਜਾਂਦਾ। ਅਸੀਂ ਅੱਜ ਬਾਬੇ ਨੂੰ ਪੂਰਾ ਕਰਾਂਗੇ, ਇਹਨਾਂ ਦੇ ਪੋਤਿਆਂ ਬਾਰੇ ਗੱਲਾਂ ਕਰਾਂਗੇ, ਇਹ ਪੰਜਾਬ 'ਚ ਕੀ ਕਰਦੇ ਰਹੇ ਆ ਇਸ ਅੰਦੋਲਨ ਤੋਂ ਆਉਣ ਤੋਂ ਪਹਿਲਾਂ। ਆਪਾਂ ਉਹ ਗੱਲਾਂ ਕਰਾਂਗੇ। ਆਪਾਂ ਬਾਪੂ ਜੀ ਨਾਲ ਗੱਲ ਕਰਦੇ ਹਾਂ। ਬਾਪੂ ਜੀ, ਇਹ ਉਹੀ ਬਾਪੂ ਜੀ ਨੇ ਮੋਦੀ ਕੋ ਤਾਂ ਮੁੱਖ ਕਿਉਂ ਸੇ ਕੁੱਟੇਗਾ? ਉਹੀ ਹੈ ਬਾਬਾ ਜੀ। ਸਤਿ ਸ੍ਰੀ ਅਕਾਲ ਭਾਈ ਜੀ, ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਭਾਈ। ਬਾਬਾ ਜੀ, ਅਸੀਂ ਪਿਛਲੇ 70-80 ਦਿਨਾਂ ਤੋਂ ਦੇਖਦੇ ਆਂਦੇ ਆ, ਤੁਸੀਂ ਐਵੇਂ ਹੀ ਡਟੇ ਹੋਏ ਹੋ। ਬਿਲਕੁਲ ਉਹੀ ਕੁੜਤੀ, ਉਹੀ ਤੁਹਾਡੀ ਪੱਗ, ਚਿੱਟਾ ਦਾੜਾ, ਉਹੀ ਐਨਕ। ਤੇ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਆਪਣੇ ਵਿਹੜੇ ਦੀ ਮਿੱਟੀ ਯਾਦ ਨਹੀਂ ਆਉਂਦੀ? ਮੈਂ ਵਿਹੜੇ ਦੀ ਮਿੱਟੀ ਕਰਕੇ ਹੀ ਬਾਈ ਜੀ ਇੱਥੇ ਆਇਆ। ਮੈਨੂੰ ਇੰਨਾ ਦੁੱਖ ਹੋਇਆ ਜਦੋਂ ਇਹਨੇ ਸਾਡੇ ਕਾਨੂੰਨ, ਅਸੀਂ ਪੂਰੇ 2 ਮਹੀਨੇ ਟਰਾਲੀਆਂ ਆਪਣੇ ਮੋਟਰਸਾਈਕਲਾਂ 'ਤੇ ਝੰਡੇ ਲੈ ਕੇ 15 20 ਪਿੰਡ ਅਸੀਂ ਰੋਜ਼ ਕੱਢਦੇ ਹੁੰਦੇ ਸੀਗੇ। ਬਈ ਸਾਨੂੰ ਲੁੱਟ ਲਿਆ ਇਹਨਾਂ ਨੇ, ਕਾਰਪੋਰੇਟ ਘਰਾਣਿਆਂ ਨੇ ਲੁੱਟ ਲਿਆ। ਮੋਦੀ ਨੇ ਸਾਡੇ 'ਤੇ ਵਿਵਸਥਾ ਪਾ ਦਿੱਤੀ। ਆਪਾਂ ਸਾਰੇ ਇਕੱਠੇ ਹੋਵਾਂਗੇ, ਅਸੀਂ ਕਾਰਡ ਦੇਵਾਂਗੇ, ਆਪਾਂ ਦਿੱਲੀ ਨੂੰ ਚੱਲਣਾ ਸਾਰਿਆਂ ਨੇ। ਕਿ ਸਾਡੀ ਜ਼ਮੀਨ ਖੋਹ ਲਈ ਇਹਨਾਂ ਨੇ, ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣੀ ਆ। ਅੱਜ ਤਾਂ ਮਜ਼ਦੂਰੀ ਵੀ ਨਹੀਂ ਕਰ ਸਕਦੇ, ਦਿਹਾੜੀਆਂ ਵੀ ਨਹੀਂ ਕਰਦੇ। ਜਿੱਥੇ ਸਾਡੀ ਵਿਰਾਸਤ ਹੈ, ਇਹ ਸਾਡੀ ਵਿਰਾਸਤ ਸਾਥੋਂ ਖੋਈ ਜਾਣੀ, ਅਸੀਂ ਤਾਂ ਬਿਲਕੁਲ ਹੀ ਖਤਮ ਹੋ ਜਾਵਾਂਗੇ। ਬਿਲਕੁਲ। ਤੇ ਬਾਪੂ ਜੀ, ਤੁਸੀਂ ਪੰਜਾਬ ਦੀ ਮਿੱਟੀ ਨੂੰ ਕਿਵੇਂ ਮਹਿਸੂਸ ਕਰਦੇ ਹੋ? ਸਾਨੂੰ, ਕਿਉਂਕਿ ਤੁਹਾਡੀ ਉਮਰ ਬਹੁਤ ਆ, ਅਸੀਂ ਤਾਂ ਹਲੇ ਉਸ ਤਰੀਕੇ ਨਾਲ ਮਹਿਸੂਸਿਆ ਵੀ ਨਹੀਂ ਕਿਉਂਕਿ ਸਾਨੂੰ ਸੋਸ਼ਲ ਮੀਡੀਆ ਦੇਤਾ ਜਾਂ ਫੋਨ ਦੇਤਾ। ਤੁਸੀਂ ਮਿੱਟੀ ਨਾਲ ਉਸ ਰੂਹੋਂ ਜੁੜੇ ਹੋਏ ਹੋ, ਤੁਸੀਂ ਕਿਵੇਂ ਮਹਿਸੂਸ ਕਰਦੇ? ਦੇਖੋ ਜੀ, ਮਿੱਟੀ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਆ, ਸਭ ਕੁਝ ਹੀ ਖਤਮ ਆ। ਸਾਡਾ ਮਿੱਟੀ ਸਾਡੀ ਜਾਨ ਆ, ਮਿੱਟੀ ਸਾਡੀ ਮਾਨ ਆ, ਮਿੱਟੀ ਸਾਡਾ ਮਾਨ ਆ, ਮਿੱਟੀ ਸਾਡੀ ਜ਼ਿੰਦਗੀ ਆ, ਸਭ ਕੁਝ ਸਾਡਾ ਮਿੱਟੀ ਆ। ਅਸੀਂ ਮਿੱਟੀ 'ਚੋਂ ਜੰਮਿਆ, ਅਸੀਂ ਮਿੱਟੀ 'ਚ ਹੀ ਫੇਰ ਜਾਣਾ। ਮਿੱਟੀ 'ਚੋਂ ਫੇਰ ਪਰਮਾਤਮਾ ਨੇ ਸਾਨੂੰ ਪਤਾ ਨਹੀਂ ਕੀ ਕਰਨਾ, ਕੀ ਨਹੀਂ ਕਰਨਾ। ਸਾਨੂੰ ਜਾਣੀ ਪਰਮਾਤਮਾ ਨੇ ਸਾਨੂੰ ਮਿੱਟੀ 'ਚ ਹੀ ਮਿਲਾਇਆ। ਮਿੱਟੀ ਸਾਡਾ ਸਾਰਾ ਕੁਝ ਮਿੱਟੀ ਹੋਈ ਆ ਜੀ। ਬਿਲਕੁਲ, ਫਰੀਦ ਜੀ ਨੇ ਵੀ ਕਿਹਾ ਕਿ ਵੇਖ ਫਰੀਦਾ ਮਿੱਟੀ ਡੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਤੇ ਗੱਲ ਮੋਦੀ ਨੂੰ ਵੀ ਸਮਝ ਲੈਣੀ ਚਾਹੀਦੀ ਆ। ਕੋਈ ਸੰਦੇਸ਼ ਪੰਜਾਬ ਦੇ ਵਾਸੀਆਂ ਲਈ, ਆਪਣੇ ਪੋਤਿਆਂ ਲਈ, ਪੋਤਰੀਆਂ ਲਈ ਕੋਈ ਸੰਦੇਸ਼? ਦੇਖੋ ਜੀ, ਪੋਤਰੇ ਪਾਤਰੇ ਤਾਂ ਮੇਰੇ ਇੱਥੇ ਆਉਂਦੇ ਰਹਿੰਦੇ ਆ। ਅਸੀਂ ਤਾਂ 9 ਤਰੀਕ ਨੂੰ ਉਹਦਾ ਜਨਮ ਦਿਨ ਵੀ ਇੱਥੇ ਹੀ ਮਨਾਇਆ, ਆਪਣੇ ਪੰਡਾਲ ਦੇ ਵਿੱਚ। ਸਾਨੂੰ ਬੁਲਾਇਆ ਨਹੀਂ ਬਾਪੂ ਜੀ? ਆਓ ਜੀ, ਮੈਂ ਦੇਖੋ ਹੁਣ ਗੱਲ ਸੁਣਾ, ਤਾਂ ਪੂਰਾ ਬੁੜਾ ਆਦਮੀ ਸੀ, ਘੁੰਮਦਾ ਰਿਹਾ 4 ਸਪੇਰੇ। ਜਾਣੀ ਸਾਡੀਆਂ ਕਮਿਊਨਿਸਟ ਪਾਰਟੀਆਂ ਨੇ ਜਿੰਨੇ ਵੀ ਸਾਰੇ, ਤਮਿਲਨਾਡੂ, ਕੇਰਲਾ, ਕਰਨਾਟਕ, ਤ੍ਰਿਪੁਰਾ, ਬੰਗਾਲ, ਆਪਣੇ ਤੇਰੇ ਸ਼੍ਰੀਨਗਰ ਵਗੈਰਾ, ਸਾਰਿਆਂ ਤੋਂ ਜਿੰਨੇ ਆਏ ਨਾ, ਅਸਾਮ 'ਚੋਂ ਵੀ ਆਏ, ਉਹਨਾਂ ਬੰਦਿਆਂ ਨੇ ਆ ਕੇ ਸਾਡੇ ਉਹ ਪੋਤੇ ਨੂੰ ਵਧਾਈਆਂ ਦਿੱਤੀਆਂ ਤੇ ਉਹਦੇ ਮੂੰਹ 'ਚ ਪਾ ਕੇ ਸਾਰਾ ਕੁਝ, ਗੱਲਾਂ ਵੀ ਲਪੇਟਤੀਆਂ, ਮੂੰਹ ਵੀ ਲਪੇਟਤਾ ਉਹਦਾ ਤਾਂ। ਤੇ ਬਾਕੀ ਤੁਸੀਂ ਹੁਣ ਇਹ ਗੱਲ ਕਰਦੇ ਆ, ਮੈਂ ਤਾਂ ਮੋਦੀ ਨੂੰ ਇਹੀ ਗੱਲ ਕਹੀ ਆ, ਦੇਖ ਬੇਟਾ, ਤੂੰ ਵੀ ਸਾਡੇ ਬੇਟਿਆਂ ਨੇ ਕਹੀ, ਮੇਰਾ ਤਾਂ 15 ਸਾਲ ਦਾ 20 ਸਾਲ ਦਾ ਫਰਕ ਕੋਈ ਜ਼ਿਆਦਾ ਨਹੀਂ ਹੈ, ਮੇਰੇ ਬੱਚਿਆਂ ਬਰੋਬਰੀਆਂ ਤੂੰ ਮੰਨ ਜਾ। ਅਸੀਂ ਤਾਂ ਜੇ ਤੂੰ ਇਹ ਕੰਮ ਨਾ ਕੀਤਾ, ਅਸੀਂ ਤਾਂ ਆਪਣੇ ਬੱਚਿਆਂ ਦੇ, ਦੇਖੋ ਸਾਡੇ ਪੈਲਸ ਬਣੇ ਹੋਏ ਆ, ਜੰਨਾਂ ਬਰਾਤਾਂ ਸਾਰਾ ਕੁਝ ਸਾਡੀਆਂ ਇੱਥੇ ਹੋਣਗੀਆਂ। ਅਸੀਂ ਆਪਦੇ ਬੱਚਿਆਂ ਦੇ ਵਿਆਹ ਵੀ ਇੱਥੇ ਹੀ ਕਰਾਂਗੇ। ਬਿਲਕੁਲ ਬਾਪੂ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਅਸੀਂ ਵੀ ਪਿੱਛੇ ਵੈਸੇ ਇੱਥੇ ਆਪਣੇ ਜਨਮ ਦਿਨ ਮਨਾ ਰਹੇ ਹਾਂ। ਇੱਕ ਮੁੰਡੇ ਦਾ ਅਸੀਂ ਮੰਗਣਾ ਵੀ ਕਰਾਇਆ ਇੱਥੇ। ਤੇ ਜੇ ਐਵੇਂ ਹੀ ਅੜਿਆ ਰਿਹਾ ਨਾ ਮੋਦੀ ਅਕਤੂਬਰ ਤੱਕ ਤਾਂ ਕਈ ਚੀਜ਼ਾਂ ਉਰੇ ਵਾਪਰ ਜਾਣੀਆਂ। ਤੇ ਹੁਣ ਮੈਂ ਬਾਪੂ ਜੀ ਨਾਲ ਗੱਲ ਕਰਾਂਗਾ। ਬਾਪੂ ਜੀ ਮੈਨੂੰ ਥੋੜੇ ਸ਼ਾਂਤ ਸੁਭਾਅ ਦੇ ਲੱਗਦੇ ਆ। ਚਲੋ ਆਪਾਂ ਫੋਲ ਕੇ ਦੇਖਦੇ ਹਾਂ ਮਿੱਟੀ ਕਿੰਨੀ ਕੁ ਉਪਜਾਊ ਆ ਇਹ। ਤੇ ਬਾਪੂ ਜੀ, ਕਿਵੇਂ ਦੇਖਦੇ ਹੋ ਤੁਸੀਂ ਹੁਣ ਦੇ ਪੰਜਾਬ ਨੂੰ, ਤੇ ਜਿਹੜਾ ਤੁਹਾਡੇ ਸਮੇਂ ਦਾ, ਜਿਵੇਂ ਜੋ ਤੁਹਾਡਾ ਬਚਪਨ ਬੀਤਿਆ ਉਹ ਪੰਜਾਬ ਕਿਸਾਨ ਦਾ ਔਖਾ ਹੀ ਰਹਿੰਦਾ ਹੈ। ਮੈਂ ਟਮਾਟਰ ਲਾਉਣਾ, ਟਮਾਟਰ ਦੀ ਫਸਲ ਲਾਉਣਾ। ਮੇਰੇ ਪੈਸੇ ਕੰਪਨੀ ਨੇ, ਸਾਡੇ ਪੈਸੇ ਦਿੱਤੇ ਨਹੀਂ ਹੈਗੇ। ਕੰਪਨੀ ਦਾ ਸਾਨੂੰ ਖਾ ਜਾਣਗੀਆਂ, ਦੋਵੇਂ ਖਾ ਜਾਣਗੀਆਂ। ਦੁਬਾਰੇ ਹੁਣ ਵੀ ਲਾਏ ਹੋਏ ਟਮਾਟਰ, ਪਹਿਲਾਂ ਪੈਸੇ ਦਿੱਤੇ ਨਹੀਂ, ਕਹਿੰਦੇ ਹੋਰ ਲਾਓ ਫੇਰ ਦੇਵਾਂਗੇ। ਫੇਰ ਲਵਾ ਲਏ, ਕਣਕ ਵਾਹ ਕੇ ਵੀ ਲਾਏ ਨੇ ਅਸੀਂ ਹੁਣ ਟਮਾਟਰ, ਪੈਸੇ ਦਿੱਤੇ ਨਹੀਂ, ਪਰ ਦੇਣਗੇ ਨਾ। ਇਹਦਾ ਐਡੇ ਬੇਈਮਾਨ ਲੋਕ ਨੇ, ਖਾ ਜਾਣਗੇ ਪੰਜਾਬ ਨੂੰ, ਭਾਰਤ ਨੂੰ, ਸਾਰੇ ਦੇਸ਼ ਨੂੰ। ਰੇਲਾਂ ਸਾਡੀਆਂ ਖਾ ਗਏ, ਹਵਾਈ ਜਹਾਜ਼ ਸਾਡੇ ਖਾ ਗਏ, ਕੰਪਨੀਆਂ। ਇਹਦਾ ਸਾਰਾ ਕੁਝ ਗੁਲਾਮ ਹੋ ਜੂਗਾ ਪਹਿਲਾਂ ਵਾਂਗੂ। ਲੋਕਾਂ ਨੂੰ ਹੁਣੀ ਮਾੜਾ ਗੌਰ ਕਰ ਲੈਣੀ ਚਾਹੀਦਾ, ਬਚਾ ਲੈਣ ਹਿੰਦੁਸਤਾਨ ਨੂੰ, ਬਚਾ ਲੈਣ ਸਾਰੀ ਦੁਨੀਆ ਨੂੰ।
ਨਹੀਂ ਕੰਮ ਬਹੁਤ ਬੜਾ ਹੋ ਜਾਊਗਾ। ਭੁੱਖੇ ਮਾਰਾਂਗੇ ਲੋਕਾਂ ਨੂੰ। ਅਸੀਂ ਦਿੰਦੇ ਹਾਂ 2 ਰੁਪਏ ਕਿਲੋ ਆਲੂ, 2 ਰੁਪਏ ਕਿਲੋ ਦਿੰਦੇ ਖਾਣ ਨੂੰ ਗੋਭੀ, 4-5 ਰੁਪਏ ਦਿੰਦੇ ਹਾਂ ਟਮਾਟਰ ਕੰਪਨੀ ਨੂੰ। ਇਹ ਵੇਚਣਗੇ 100 ਰੁਪਏ ਕਿਲੋ ਆਟਾ, 100 ਰੁਪਏ ਗੋਭੀ, 100 ਰੁਪਏ ਆਲੂ। ਇਹ ਗਰੀਬਾਂ ਨੂੰ ਖਾ ਜਾਣਗੇ ਉਹੀ ਆਹਣ ਵਾਂਗੂ। ਗਰੀਬ ਆਦਮੀ ਭੁੱਖਾ ਮਰ ਜੂ। ਪਹਿਲਾਂ ਬਹੁਤ ਦੇਸ਼ਾਂ 'ਚ ਇਹਨਾਂ ਨੇ ਲੋਕ ਭੁੱਖੇ ਮਾਰੇ ਨੇ। ਇਹ ਲੋਕਾਂ ਨੂੰ ਜਮ੍ਹਾਂ ਖਤਮ ਕਰ ਰਹੇ ਨੇ ਗਰੀਬਾਂ ਨੂੰ। ਸਾਡੇ ਤੋਂ ਭੋਂ ਭਾਂਡਾ ਖੋਣ ਨੂੰ ਤਾਂ ਅਸੀਂ ਤਿਆਰ ਹੋ ਗਏ ਵੀ ਇਹ ਗੋਭੀ ਗਾਭੀ ਲੋਕਾਂ ਨੂੰ ਮੁਫਤ ਖਵਾਈਆਂ ਨੇ। ਇਹ ਹੈਗੇ ਅੰਨਦਾਤੇ, ਕਿ ਅੰਨਦਾਤਾ ਵਾਲੇ ਅਸੀਂ ਇਹ ਮੁਫਤ ਕਿਉਂ ਖਵਾਉਂਦੇ ਨੇ ਲੋਕਾਂ ਨੂੰ ਵੀ ਅਸੀਂ ਦੇਵਾਂਗੇ 100 ਰੁਪਏ ਕਿਲੋ ਗੋਭੀ, ਆਲੂ, ਸਾਰੀਆਂ ਫਸਲਾਂ। ਇਹ ਲੋਕਾਂ ਨੂੰ ਭੁੱਖੇ ਮਾਰਨਾ ਜਮਾਂ ਹੀ। ਬਿਲਕੁਲ ਸਹੀ ਗੱਲ ਆ ਬਾਪੂ ਜੀ। ਕਾਰਪੋਰੇਟ ਘਰਾਣੇ ਵੀ ਗਈ ਜਿਹੜੀ ਹੁਣ ਸਾਨੂੰ ਐਜੂਕੇਸ਼ਨ ਦਿੱਤੀ ਆ, ਸਾਡੀ ਐਜੂਕੇਸ਼ਨ 'ਚੋਂ ਭਾਵਨਾਵਾਂ ਖਤਮ ਕਰਤੀਆਂ। ਅਸੀਂ ਪੰਜਾਬ ਨੂੰ ਉਵੇਂ ਨਹੀਂ ਦੇਖਦੇ ਕਿ ਜਿਵੇਂ ਤੁਸੀਂ ਦੇਖ ਰਹੇ ਹੋ, ਤੁਸੀਂ ਮਹਿਸੂਸ ਕਰ ਰਹੇ ਹੋ। ਸਾਨੂੰ ਤੱਕ ਹੁਣ ਜ਼ਮੀਨ ਦਾ ਟੁਕੜਾ ਲੱਗਣ ਲੱਗ ਗਿਆ ਸੀ। ਜੇ ਇਹ ਸੰਘਰਸ਼ ਨਾ ਹੁੰਦਾ ਨਾ ਤਾਂ ਹੀ ਸਾਡੀ ਹੋਂਦ ਖਤਮ ਸੀ। ਬਿਲਕੁਲ ਸਾਡੀ ਹੋਂਦ ਖਤਮ ਸੀ। ਹੁਣ ਅਸੀਂ ਸੋਚਦੇ ਹਾਂ ਕਿ ਸੰਘਰਸ਼ ਜਿੱਤਣ ਤੋਂ ਬਾਅਦ ਅਸੀਂ ਜਾ ਕੇ ਕੁਛ ਨਾ ਕੁਛ ਕਰਨਾ। ਸਾਡੇ ਹੁਣ ਸੁਪਨੇ ਹੋਰ ਵੱਡੇ ਹੋ ਗਏ ਆ। ਤੇ ਸਾਡੇ ਨਾਲ ਹੋਰ ਬਜ਼ੁਰਗ ਬੈਠੇ ਨੇ, ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ। ਜਿਵੇਂ ਬਜ਼ੁਰਗੋ ਕਿਹਾ ਕਿ ਮੈਂ ਪਾਣੀਆਂ ਦੇ ਵਿੱਚ ਉੱਗਿਆ, ਮਾਣੇ ਦਰਿਆਵਾਂ ਦੇ ਹਾਣ, ਮੈਨੂੰ ਪਾਲਿਆ ਆਪ ਪੰਜਾਬ ਦੇ, ਮੈਨੂੰ ਬਾਣੀਆਂ ਦਿੱਤਾ ਮਾਣ। ਇਹ ਰੰਗ ਰੰਗੀਲੇ ਖੇਤ ਜੋ ਮੇਰੇ ਪਿੰਡੇ ਲੱਗਾ ਰੰਗ, ਮੇਰੇ ਸਿਰ ਨੀਲੇ ਦੁਪੱਟੜੇ, ਮੇਰੇ ਅੱਖਾਂ ਵਸਦੀ ਸੰਗ। ਤਾਂ ਜਿਹੜੇ ਪੰਜਾਬ ਦੇ ਦਰਿਆ ਏ, 5 ਦਰਿਆ ਏ, ਤੇ ਉਹਦੇ ਨਾਲ ਇੱਕ ਜੁੜਿਆ ਸੀ ਬੜੇ ਚਿਰਾਂ ਤੋਂ ਟੈਗ ਕਿ 6ਵਾਂ ਦਰਿਆ ਨਸ਼ਿਆਂ ਦਾ ਵਗਣ ਲੱਗ ਗਿਆ। ਤੇ ਇਸ ਮੋਰਚੇ ਤੋਂ ਬਾਅਦ ਜਿਹੜਾ 6ਵਾਂ ਦਰਿਆ ਏ ਕਹਿੰਦੇ ਸੁੱਕ ਗਿਆ, ਉਹ ਲੱਭਿਆ ਨਹੀਂ ਦਰਿਆ। ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜੇ ਇਹ ਅਫਵਾਹਾਂ ਸੀ ਪੰਜਾਬ ਦੇ ਨੌਜਵਾਨਾਂ ਬਾਰੇ ਸੀ, ਤੇ ਉਰੇ ਜਿਹੜਾ ਜਵਾਨ ਪਹੁੰਚੇ ਆ ਉਹ ਕੌਣ ਆ ਤੇ ਅਫਵਾਹਾਂ ਵਾਲੇ ਬੰਦੇ ਕੌਣ ਆ? ਦੇਖੋ ਜੀ, ਨੌਜਵਾਨਾਂ ਨੇ ਇਹ ਸਾਬਤ ਕਰਤਾ ਜਿਹੜਾ ਕਿ ਇੱਥੋਂ ਦੀਆਂ ਜ਼ਿਆਦਾਤਰ ਸਰਕਾਰਾਂ ਨੇ ਬਦਨਾਮ ਕੀਤਾ ਸੀਗਾ ਨੌਜਵਾਨ ਨੂੰ, ਕਿਉਂਕਿ ਵੀ ਨਸ਼ੇੜੀ ਹੋ ਗਿਆ ਪੰਜਾਬੀ, ਨਸ਼ਿਆਂ ਦੇ ਦਰਿਆਵਾਂ ਦੇ ਵਿੱਚ ਰੁੜ ਗਿਆ। ਉਹ ਕਿ ਹੁਣ ਇਸ ਸੰਘਰਸ਼ ਦੇ ਵਿੱਚ ਨੌਜਵਾਨ ਨੇ ਸਾਬਤ ਕਰਤਾ ਮੂਹਰੇ ਆ ਕੇ ਵੀ ਜਿਨ੍ਹਾਂ ਨੂੰ ਇਹ ਨੌਜਵਾਨਾਂ ਨੂੰ ਇਹਨਾਂ ਸਰਕਾਰਾਂ ਨੇ ਬਦਨਾਮ ਕੀਤਾ ਸੀਗਾ, ਉਹਨਾਂ ਨੇ ਇਹਨਾਂ ਸਰਕਾਰਾਂ ਨੂੰ ਦੱਸ ਦਿੱਤਾ ਵੀ ਅਸੀਂ ਅਜੇ ਜਿਉਂਦੇ ਹਾਂ। ਦੇਖੋ ਜੀ, ਹਾਂਜੀ ਬਾਈਲਾ ਨਹੀਂ ਕਹਿੰਦੇ ਵੀ ਇਹ ਆਪਣੇ ਦੇਸ਼ ਨੂੰ ਬਚਾਓ ਇਹਨਾਂ ਤੋਂ। ਇਹ ਜਦੋਂ ਕਹਿੰਦੇ ਹਿੰਦੁਸਤਾਨ ਇਕੱਲੇ ਹਿੰਦੂਆਂ ਦਾ, ਜਦੋਂ ਮੂਹਰੋਂ ਸਿੱਖ ਕਹਿੰਦੇ ਖਾਲਸਾਨ ਮੰਗ ਲੈਂਦੇ ਨੇ। ਪਹਿਲਾਂ ਇਹਨਾਂ ਨੂੰ ਰੋਕਣ ਵੀ ਦੇਸ਼ ਹੈ ਸਾਰਾ ਲੋਕਾਂ ਦਾ, ਕੁੱਲ 25% ਹੈ ਭਾਰਤ ਦੇਸ਼ ਹੈ, ਇਹ ਸਾਰਿਆਂ ਦਾ ਹੈ। ਅਤੇ ਜਿਹੜੀਆਂ ਗੱਲਾਂ ਇਹ ਕਰਦੇ ਨੇ, ਕਦੇ ਕੋਈ ਖਾਲਸਾਨ ਮੰਗ ਲੈਂਦਾ, ਕਦੇ ਮੰਗ ਲੈਂਦੇ ਇਹ ਮੰਗਦੇ ਪਹਿਲਾਂ ਵੀ ਪੰਜਾਬੀ ਬੋਲੀ ਬੰਦ ਕਰੋ, ਸਾਰਿਆਂ ਨੂੰ ਉਹ ਬਣਾਵਾਂਗੇ ਹਿੰਦੂ। ਇਹਨਾਂ ਦਾ ਧੱਕਾ ਪਹਿਲਾਂ ਇਹ ਕਰ ਰਹੇ ਨੇ ਮੋਦੀ ਹੋਣੀ। ਸਾਰੇ ਲੋਕ ਸਾਡੇ ਪੰਜਾਬੀ ਬੋਲੀ ਦਾ ਮੂੰਹ ਚਿੱਟ ਦੇ ਰਹੇ ਨੇ। ਇਹ ਪਹਿਲਾਂ ਖਰਾਬ ਇਹ ਕਰ ਰਹੇ ਨੇ ਸਾਰੇ ਮੁਲਕ ਨੂੰ ਭਾਜਪਾ ਦੇ। ਬਿਲਕੁਲ ਗੱਲ ਹੈ। ਇਹ ਅਸਲ ਹਿੰਦੂ ਵੀ ਨਹੀਂ ਹੈਗੇ, ਇਹ ਕੋਈ ਹੋਰੇ ਜਾਤ ਆ। ਮੈਂ ਦੱਸਦਾ ਵੀਰ ਜੀ, ਮੇਰੀ 85 ਸਾਲ ਦੀ ਉਮਰ ਹੋ ਗਈ ਆ। ਮੈਂ ਇਹਨਾਂ ਦੇ ਵਿੱਚ ਬਹੁਤ ਹੰਡਿਆ। ਇਹ ਜਿਹੜੇ ਜਨਸੰਘ ਵਾਲਾ, ਜਨਸੰਘ ਇਹਨਾਂ ਦਾ ਬਾਪ ਹੈ, ਮਾਸਟਰ ਆ, ਹੈਡਮਾਸਟਰ ਆ ਜਿਹੜਾ ਜਨਸੰਘ ਭਾਗਵਤ ਦਾ ਨਾ ਨਾਗਪੁਰ ਰਹਿੰਦਾ। ਇਹ ਜਨਸੰਘ ਦੀ ਉਪਜ ਆ ਇਹ ਜਨਤਾ ਪਾਰਟੀ। ਇਹ ਜਨਸੰਘ ਦੇ ਜਿਹੜੇ ਬੰਡੇ ਗੁੰਡੇ ਆ ਨਾ, ਇਹਨਾਂ ਨੇ ਹੱਥਾਂ 'ਚ ਚੜਾ ਕੇ ਉਹ ਆਪਣੇ ਇੱਥੇ ਅੰਦੋਲਨ ਦੇ ਵਿੱਚ ਉਹਨਾਂ ਨੇ ਕਾਰਵਾਈ ਕਰਵਾਈ ਹੈ। ਸਭ ਕੁਝ ਜੋ ਕਿਸ ਕਰਵਾਇਆ। ਸਾਡੇ ਨੌਜਵਾਨ ਕਹਿੰਦੇ ਸੀ ਨਸ਼ੇੜੀ ਹੈ ਨਾ, ਨਸ਼ੇੜੀ। ਸਾਡੇ ਨੌਜਵਾਨਾਂ ਨੇ ਫੁੱਟਬਾਲਾਂ ਵਾਂਗੂ ਮਾਰ ਕੇ ਠੋਡੇ ਉਹਨਾਂ ਦੇ ਪੱਥਰ ਭਗਾਤੇ, ਪਰੇ ਮਾਰੇ, ਟੋਏ ਭਰਤੇ ਸਾਡੇ ਮੁੰਡਿਆਂ ਨੇ। ਜਿਹੜੇ ਨਸ਼ੇੜੀ ਜਿਹਨਾਂ ਨੂੰ ਕਹਿੰਦੇ ਸੀ ਇਹ ਹੁਣ ਮੋਦੀ ਨੂੰ ਖੁਦ ਸਮਝ ਲੈਣਾ ਚਾਹੀਦਾ ਵੀ ਇਹ ਨਸ਼ੇੜੀ ਆ ਕਿ ਇਹ ਤਾਕਤਵਰ ਆ ਮੁੰਡੇ। ਸਾਡੇ ਕੌਡੀ ਖੇਡਣ ਵਾਲਿਆਂ ਨੇ ਮੁੰਡਿਆਂ ਨੇ ਭਰ ਕੇ ਮਾਰ ਕੇ ਟੋਏ ਭਰਤੇ, ਸਾਰਾ ਕੁਝ ਭਰਤਾ। ਸਾਡਾ ਪੰਜਾਬ ਕੋਈ ਨਸ਼ੇੜੀ ਨਹੀਂ ਆ। ਇਹ ਮੋਦੀ ਨੂੰ ਸਾਬਤ ਹੋ ਗਿਆ ਹੋਣਾ, ਪਰ ਉਹਦੇ ਹੁਣ ਭਰਮ ਦੂਰ ਹੋ ਗਏ ਹੋਣੇ ਵੀ ਪੰਜਾਬ ਦੇ ਬੰਦੇ ਨਸ਼ੇੜੀ ਨਹੀਂ ਆ, ਉਹ ਨਸ਼ੇੜੀ ਕਹਿੰਦਾ ਸੀ। ਇੱਕ ਬਾਪੂ ਜੀ ਮੇਰੇ ਦਿਮਾਗ 'ਚ ਹੁਣ ਪੰਜਾਬ ਦਾ ਨਾਮ ਜਦੋਂ ਆਉਂਦਾ ਤਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਹੈ ਨਾ, ਸਾਰੇ ਇਕੱਠੇ ਹੋ ਜਾਂਦੇ ਆ ਤੇ ਇਕੱਠੇ ਹੀ ਜੀਂਦੇ ਆਏ ਆ। ਪੰਜਾਬੀਅਤ ਹੈ ਜਿਹੜੀ ਉਹਦੇ 'ਚ ਸਾਰੇ ਧਰਮ, ਜਿਵੇਂ ਗੁਰਭਗਤ ਸਿੰਘ ਕਹਿੰਦਾ ਨਾ ਕਿ ਅਸੀਂ ਮੰਨ ਲਓ ਅਸੀਂ ਸਿੱਖ ਆ, ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਆਪ ਨੂੰ ਵੀ ਪਿਓਰ ਰੱਖਣਾ ਤੇ ਜਿਹੜੇ ਦੂਜੇ ਧਰਮ ਆ ਉਹਨਾਂ ਨੂੰ ਵੀ ਅਸੀਂ ਮਹਿਫੂਜ਼ ਕਰਨਾ। ਤੁਹਾਨੂੰ ਦੇਖੋ, ਜਿਹੜਾ ਸਾਡਾ ਦੇਸ਼ ਹੈ ਨਾ,
ਇਹ ਗੁਲਦਸਤਾ ਹੈ, ਪੂਰੇ ਫੁੱਲਾਂ ਦਾ ਗੁਲਦਸਤਾ ਹੈ। ਹਿੰਦੂ ਧਰਮ, ਸਿੱਖ ਧਰਮ, ਈਸਾਈ, ਬੁੱਧੀ, ਜੈਨੀ, ਮੁਸਲਮਾਨ, ਜਾਣੀ ਹਿੰਦੁਸਤਾਨ ਦੇ ਜਿੰਨੇ ਧਰਮ ਆ ਉਹ ਸਾਰੇ ਸਾਡੇ ਗੁਲਦਸਤੇ ਦੇ ਵਿੱਚ ਆ। ਇਹ ਜਿਹੜਾ ਗੁਲਦਸਤਾ ਹੈ ਸਾਡਾ ਮੋਦੀ ਤੇ ਜਨਸੰਘ ਵਾਲੇ ਉਸ ਨੂੰ ਬਰਬਾਦ ਕਰਨਾ ਚਾਹੁੰਦੇ, ਹਿੰਦੁੱਤਵ ਬਣਾਉਣਾ ਚਾਹੁੰਦੇ, ਹਿੰਦੁੱਤਵ ਮਤਲਬ ਉਹਦੇ ਵਿੱਚੋਂ ਤੁਸੀਂ ਹੁਣ ਦੇਖ ਲਓ ਵੀ ਸਾਡੇ ਬੱਚੇ ਹਰੇਕ ਸਰਕਾਰੀ ਮਹਿਕਮੇ ਦੇ ਵਿੱਚ ਆ, ਰੇਲਵੇ 'ਚ ਵੀ ਆ, ਹਵਾਈ ਫੌਜ 'ਚ, ਸੈਨਾ 'ਚ ਵੀ ਆ, ਫੌਜ 'ਚ ਵੀ ਆ, ਹਵਾਈ 에ਅਰ ਫੋਰਸ 'ਚ ਵੀ ਆ। ਮਤਲਬ ਸਾਰੇ ਸਰਕਾਰੀ ਕੰਮ ਆ ਜਿਹੜੇ ਸਾਡੇ ਭਾਰਤ ਦੇ ਸਰਕਾਰੀ ਕੰਮ ਸੀ ਨਾ ਪਹਿਲਾਂ, ਹੁਣ ਇਹ ਤਾਂ ਬਣਾਉਣ ਨੂੰ ਫਿਰਦਾ ਨਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਸਾਨੂੰ ਗਿਰਵੀ ਕਰਨਾ ਚਾਹੁੰਦਾ। ਸਾਡੇ ਸਰਕਾਰ ਦੀ ਜੇ ਭਾਰਤ ਦੇ ਸਰਕਾਰ ਸੀ ਜਿਹੜੀ, ਉਹਨਾਂ ਦੇ ਵਿੱਚ ਸਾਰੀਆਂ ਮਤਲਬ ਸਰਕਾਰੀ ਚੀਜ਼ਾਂ ਆਉਂਦੀਆਂ ਸੀ, ਉਸ ਦੇ ਜ਼ਰੀਏ ਸਾਡਾ ਹਿੰਦੁਸਤਾਨ ਭਾਰਤ ਚੱਲਦਾ ਸੀ। ਹੁਣ ਇਹ ਆਪਣੇ ਤਿੰਨੇ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਸਾਨੂੰ ਗਿਰਵੀ ਕਰਾਉਣਾ ਚਾਹੁੰਦਾ। ਇਹਦਾ ਸਾਡੀ ਕਾਲੇ ਗੋਰੇ ਆ ਨਾ ਜਿਹੜੇ, ਇਹ ਉਹਨਾਂ ਗੋਰਿਆਂ ਨੂੰ ਵੀ ਇਹ ਤਾਂ ਖਤਰਨਾਕ ਹੋ ਗਏ, ਜਿਹਦੇ 'ਚ ਸਾਡੇ ਭਗਤ ਸਿੰਘ ਉਹਨਾਂ ਨੇ, ਰਾਜਗੁਰੂ ਸੁਖਦੇਵ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਉਹਨਾਂ ਨੇ ਗੋਰਿਆਂ ਨੂੰ ਭਜਾਇਆ ਸੀ, ਵਿਦੇਸ਼ੀਆਂ ਨੂੰ, ਬਲੈਤ ਵਾਲਿਆਂ ਨੂੰ। ਇਹ ਤਾਂ ਉਹਨਾਂ ਨੂੰ ਖਤਰਨਾਕ ਨਿਕਲ ਗਏ, ਖਤਰਨਾਕ ਗੋਰੇ ਆ ਨਾ ਇਹ ਜਿਹੜੇ ਕਾਲੇ ਆ ਨਾ ਅੰਗਰੇਜ਼, ਇਹ ਉਹਨਾਂ ਨਾਲ ਵੀ ਖਤਰਨਾਕ ਨਿਕਲ ਗਏ। ਸਾਨੂੰ ਹੁਣ ਇਹਨਾਂ ਦੇ ਨਾਲ ਆਪਣੀ ਆਜ਼ਾਦੀ ਇਹਨਾਂ ਤੋਂ ਲੈਣੀ ਪੈਣੀ ਹੈ। ਕਾਰਪੋਰੇਟ ਘਰਾਣੇ ਨੂੰ ਇਹਨਾਂ ਨੇ ਅਗਰ ਨਹੀਂ ਹਟਾਇਆ ਤਾਂ ਸਾਨੂੰ ਉਹ ਦੁਬਾਰੇ ਆਪਣੀ ਸੰਘਰਸ਼ ਆਜ਼ਾਦੀ ਦਾ ਕਰਨਾ ਪਊ। ਜੀ ਬਿਲਕੁਲ, ਆਪਾਂ ਨੂੰ ਲੜਨਾ ਪੈਣਾ ਆਪਣੇ ਹੱਕਾਂ ਲਈ। ਬਿਲਕੁਲ। ਤੇ ਬਾਪੂ ਜੀ, ਜਿਵੇਂ ਤੁਸੀਂ ਹੁਣ ਜ਼ਿੰਦਗੀ ਹੰਢਾ ਚੁੱਕੇ ਹੋ, ਤੁਹਾਡੇ ਤਜਰਬੇ ਆ, ਅਸੀਂ ਉਹਨਾਂ ਦੂਰ ਅੰਦੇਸ਼ ਨਹੀਂ ਸੋਚ ਸਕਦੇ ਜਿੰਨਾ ਤੁਸੀਂ ਸੋਚ ਸਕਦੇ ਹੋ। ਇਸ ਪੂਰੇ ਅੰਦੋਲਨ ਤੋਂ ਬਾਅਦ, ਇਹ ਪੂਰੇ ਵਰਤਾਰੇ ਤੋਂ ਬਾਅਦ, ਪੂਰੀ ਜੰਗ ਤੋਂ ਬਾਅਦ ਤੁਸੀਂ ਜਿਹੜਾ ਭਵਿੱਖ ਦਾ ਪੰਜਾਬ ਆ ਉਹ ਕਿਵੇਂ ਦਾ ਦੇਖਦੇ ਹੋ? ਪੰਜਾਬ ਦੇਖੋ ਜੀ, ਪੂਰਾ ਸਾਡਾ ਦੇਸ਼ ਹੈ ਨਾ ਜਿਹੜਾ ਹਿੰਦੁਸਤਾਨ, ਭਾਰਤ ਆ। ਮੈਂ ਹਿੰਦੁਸਤਾਨ ਵੀ ਨੂੰ ਭਾਰਤ ਕਹੂੰਗਾ ਇਹਨੂੰ, ਕਿਉਂ ਭਾਰਤ ਪਰ ਸਾਡੇ ਵਰਸ ਪਹਿਲੇ ਵੇਦਾਂ 'ਚ ਵੀ ਭਾਰਤ ਲਿਖਿਆ ਹੋਇਆ। ਇਹਦੇ ਖਾਤਰ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਸਾਡਾ ਇਹ ਸਾਰਾ ਭਾਈਚਾਰਾ ਸਾਡਾ ਜਿਹੜਾ ਨਾ ਇੱਕ ਇਕੱਠਾ ਹੋ ਗਿਆ। ਤੁਸੀਂ ਹੁਣ ਇੱਥੇ ਹੀ ਦੇਖ ਲਓ, ਆਪਣੇ ਇਸੇ ਧਰਨੇ ਦੇ ਵਿੱਚ ਹੀ ਦੇਖ ਲਓ, ਅੰਦੋਲਨ ਦੇ ਵਿੱਚ ਹੀ ਦੇਖ ਲਓ, ਸਾਡੇ ਸਾਰੇ ਧਰਮਾਂ ਦੇ ਲੋਕਾਂ ਦੇ ਲੰਗਰ ਲੱਗੇ ਹੋਏ ਆ। ਸਾਰੇ ਧਰਮ ਇੱਕ ਦੂਜੇ ਨਾਲ ਜੱਫੀਆਂ ਪਾ ਮਿਲਦੇ ਆ, ਗਲੇ ਅਲੱਗ ਮਿਲਦੇ ਆ। ਨਾ ਕੋਈ ਹਿੰਦੂ ਸਮਝਦਾ, ਨਾ ਕੋਈ ਮੁਸਲਮਾਨ ਸਮਝਦਾ, ਨਾ ਕੋਈ ਕਿਸੇ ਨੂੰ ਕੋਈ ਨਹੀਂ ਸੰਗਦਾ। ਸਿਰਫ ਭਾਈ ਕਹਿ ਕੇ ਅਸੀਂ ਕਿਸਾਨਾਂ ਨੂੰ ਸੁਣਾਓ ਵੀਰਾ ਗਲੇ ਲੱਗ ਕੇ ਮਿਲਦੇ ਆ, ਅਗਲੇ ਨੂੰ ਗਲ ਨਾਲ ਲਾਉਂਦੇ ਆ, ਉਹ ਅਗਲਾ ਸਾਡੇ ਗਲ ਨਾਲ ਲੱਗਦਾ। ਹੁਣ ਤੁਸੀਂ ਮੈਨੂੰ ਦੇਖ ਲਓ, ਮੇਰੀਆਂ ਬੇਟੀਆਂ ਜਿੰਨਾ ਵੀ ਚੱਲੀਆਂ ਹੋਣਗੀਆਂ, ਮੈਂ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਜੱਫੀਆਂ ਪਾ ਮਿਲਦਾ। ਮੇਰੀਆਂ ਕਿੰਨੀਆਂ ਹਜ਼ਾਰਾਂ ਹੀ ਮੇਰੀਆਂ ਵੀਡੀਓ ਚੱਲ ਗਈਆਂ ਹੋਣੀਆਂ, ਮੈਂ ਆਪਦੇ ਛੋਟੇ ਭਾਈ ਨੂੰ ਜੱਫੀਆਂ ਪਾ ਮਿਲਦਾ। ਕਿਉਂ? ਸਾਡਾ ਹਰਿਆਣਾ ਭਾਈ ਸਾਤੋਂ ਵਿਛੜ ਗਿਆ ਸੀ। ਇਹ ਵੀ ਗੌਰਮੈਂਟ ਦੀ ਚਾਲ ਸੀ, ਇੰਦਰਾ ਗਾਂਧੀ ਨੇ ਸਾਨੂੰ ਪਾੜ ਕੇ ਅਲੱਗ ਕਰਤਾ ਸੀਗਾ। ਅਸੀਂ ਮਤਲਬ ਇਸ ਨੂੰ ਦੁਬਾਰੇ ਬਚਾਉਣਾ। ਮੈਂ ਹਿੰਦੂ ਆਪਣੇ ਹਰਿਆਣੇ ਵਾਲੇ ਭਾਈਆਂ ਨੂੰ ਜੱਫੀਆਂ ਪਾ ਮਿਲਦਾ। ਸਾਡਾ ਭਾਈ ਸਾਨੂੰ ਦੁਬਾਰੇ ਮਿਲ ਗਿਆ, ਪੂਰਾ ਹਿੰਦੁਸਤਾਨ ਸਾਨੂੰ ਦੁਬਾਰੇ ਮਿਲ ਗਿਆ। ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਮਤਲਬ ਸੰਨ 84 'ਚ ਹੋਇਆ। ਉਹ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ, ਇਹ ਕਰਾਉਣਾ ਚਾਹੁੰਦਾ ਸੀ। ਬਿਲਕੁਲ ਸਹੀ ਗੱਲ ਹੈ ਜੀ। ਅਸੀਂ ਉਹ ਨਹੀਂ, ਹੁਣ ਅਸੀਂ ਉਵੇਂ ਨਹੀਂ ਵੰਡੇ ਜਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਵੰਡ ਕੇ ਰੱਖਿਆ। ਮੈਂ ਬਾਪੂ ਜੀ ਨੂੰ ਉਹੀ ਸਵਾਲ ਮੈਂ ਦੁਬਾਰਾ ਦੁਹਰਾਊਂਗਾ ਕਿ ਤੁਸੀਂ ਭਵਿੱਖ ਦਾ ਪੰਜਾਬ ਹੁਣ ਕਿਵੇਂ ਦਾ ਦੇਖਦੇ ਹੋ? ਹੁਣ ਉਧਰੇ ਵੇਖਦੇ ਹਾਂ। ਤੇ ਜਦੋਂ ਅਸੀਂ ਇੱਥੋਂ ਜੰਗ ਜਿੱਤ ਗਏ, ਫਿਰ ਸਾਡਾ ਗੁਲਾਬ ਦੇ ਫੁੱਲ ਵਾਂਗੂ ਪੰਜਾਬ ਖਿੜ ਜਾਣਾ, ਹਰਿਆਣਾ ਖਿੜ ਜਾਣਾ। ਇੱਕ ਦੂਜੇ ਨੂੰ ਬਹੁਤ ਹੀ ਖਿੜ ਕੇ ਗੁਲਾਬ ਦੇ ਫੁੱਲ ਵਾਂਗੂ ਅਸੀਂ ਮਹਿਸੂਸ ਕਰਾਂਗੇ। ਤੇ ਸਾਡੀਆਂ ਭੈਣਾਂ ਸਾਡੇ ਗਲ ਲੱਗ ਮਿਲਣਗੀਆਂ, ਮਾਤਾਵਾਂ ਸਾਨੂੰ ਬੁੱਕਲਾਂ 'ਚ ਲੈਣਗੀਆਂ, ਤੇ ਸਾਡੇ ਬੱਚੇ ਸਾਨੂੰ ਕਹਿਣਗੇ ਵੀ ਬਜ਼ੁਰਗੋ ਠੀਕ ਹੈ। ਅਸੀਂ ਸਾਡੇ ਬਜ਼ੁਰਗਾਂ ਨੂੰ ਕਹਾਂਗੇ ਵੀ ਬਾਪੂ ਜੀ ਤੁਸੀਂ ਜੰਗ ਜਿੱਤੇ, ਬੜੀ ਬਹਾਦਰੀ ਕੀਤੀ ਹੈ। ਬਹੁਤ ਸੋਹਣੀ ਗੱਲ ਕਹੀ ਵੀ ਆਪਣੇ ਬਾਪੂ ਜੀ ਨੇ ਕਿ ਜਦੋਂ ਅਸੀਂ ਜੰਗ ਜਿੱਤ ਕੇ ਜਾਵਾਂਗੇ ਤਾਂ ਗੁਲਾਬ ਦੇ ਫੁੱਲ ਵਾਂਗੂ ਖਿੜੇ ਹੋਵਾਂਗੇ। ਅਸੀਂ ਸਲੋਗਨ ਵੀ ਲਾਇਆ ਕਿ ਆ ਵੇਖ ਲੈ ਹੁਸਨ ਪੰਜਾਬ ਦਾ, ਇਹਦੇ ਫੁੱਲਾਂ ਵਰਗੇ ਸਾਹ, ਇਹਦੇ ਮੁੱਖ ਨਿਖਾਰੇ ਸ਼ਹਾਦਤਾਂ, ਇਹਦੇ ਗੁਰੂਆਂ ਰੰਗੇ ਰਾਹ। ਤਾਂ ਇਹ ਬੜੀ ਸੋਹਣੀ ਗੱਲ ਆ ਕਿ ਜਿਹੜਾ ਪੰਜਾਬ ਆ ਇਸ ਮੋਰਚੇ ਤੋਂ ਬਾਅਦ ਹੋਰ ਸੋਹਣਾ ਹੋਵੇਗਾ, ਹੋਰ ਵਿਸ਼ਾਲ ਹੋਵੇਗਾ, ਹੋਰ ਚੇਤਨ ਹੋਵੇਗਾ, ਹੋਰ ਸੁਚੇਤ ਹੋਵੇਗਾ। ਮਿੱਟੀ ਫਾਊਂਡੇਸ਼ਨ ਵੱਲੋਂ ਸਾਡਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਲਾਈਕ ਕਰੋ, ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।